कोटि मेरी आरजा पवन पियन आपे आओ। चंद सूरज दोए गुफै न देखा सुपनै सौन न थाओ। भी तेरी कीमत ना पवै हों केवड़ आखा नाओ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਸਮਝਾਉਂਦੇ ਹੈ, ਜੇ ਮੇਰੀ ਉਮਰ ਕਰੋੜਾਂ ਹੀ ਸਾਲ ਹੋ ਜਾਵੇ, ਕੋਟੀ ਮੇਰੀ ਆਰਜ਼ਾ, ਕਰੋੜਾਂ ਸਾਲ ਦੀ ਉਮਰ ਹੋ ਜਾਵੇ, ਪਵਨ ਪੀਣ ਆਪੇ ਆਓ। ਗੁਰੂ ਜੀ ਕਹਿੰਦੇ, ਜੇ ਹਵਾ ਮੇਰਾ ਖਾਣਾ ਪੀਣਾ ਹੋਵੇ, ਜੇ ਮੈਂ ਹਵਾ ਦੇ ਆਸਰੇ ਹੀ ਜਿਉ ਸਕਾਂ, ਮੈਂ ਹੋਰ ਕੁਛ ਖਾਣ ਪੀਣ ਵਿੱਚ ਟਾਈਮ ਆਪਣਾ ਵੇਸਟ ਨਾ ਕਰਾਂ, ਮੈਂ ਹਵਾ ਹੀ ਖਾਵਾਂ, ਸਾਹ ਲਵਾਂ ਤੇ ਉਹੀ ਮੇਰੀ ਖੁਰਾਕ ਹੋਵੇ। ਚੰਦ ਸੂਰਜ ਦੋਏ ਗੁਫੈ ਨਾ ਦੇਖਾਂ ਸੁਪਨੇ ਸੌਨ ਨਾ ਥਾਓ। ਗੁਰੂ ਜੀ ਕਹਿੰਦੇ ਕਿ ਮੈਂ ਗੁਫਾ ਦੇ ਵਿੱਚ ਬੈਠ ਜਾਵਾਂ, ਕਰੋੜਾਂ ਸਾਲ ਦੀ ਮੇਰੀ ਉਮਰ ਹੋ ਜੇ, ਖਾਣਾ ਪੀਣਾ ਵੀ ਮੇਰੀ ਹਵਾ ਹੀ ਹੋਵੇ, ਤੇ ਕਿਸੇ ਗੁਫਾ ਦੇ ਵਿੱਚ ਬੈਠ ਕੇ ਮੈਂ ਚੰਦ ਸੂਰਜ ਵੀ ਨਾ ਦੇਖਾਂ, ਭਾਵ ਮੈਂ ਗੁਫਾ ਦੇ ਅੰਦਰੋਂ ਬਾਹਰ ਨਾ ਆਵਾਂ, ਇੱਕ ਸੈਕਿੰਡ ਵਾਸਤੇ ਵੀ ਬਾਹਰ ਨਾ ਆਵਾਂ, ਤੇ ਅੰਦਰ ਬੈਠ ਕੇ ਕੀ ਕਰਾਂ, ਉਹ ਪਰਮਾਤਮਾ ਦੇ ਨਾਮ ਦੀ ਸਮਾਧੀ ਲਾਈ ਰੱਖਾਂ, ਉਸ ਦਾ ਨਾਮ ਜਪੀ ਜਾਵਾਂ। ਵੀ ਤੇਰੀ ਕੀਮਤ ਨਾ ਪਵੈ ਹੋਂ ਕੇਵੜ ਆਖਾ ਨਾਓ। ਗੁਰੂ ਜੀ ਕਹਿੰਦੇ ਵੀ ਮੈਂ ਇੰਨੀਆਂ ਲੰਮੀ ਸਮਾਧੀ ਲਾਵਾਂ, ਹੇ ਪ੍ਰਭੂ, ਹੇ ਪਰਮਾਤਮਾ, ਮੈਂ ਐਡੀ ਲੰਮੀ ਸਮਾਧੀ ਲਾਵਾਂ ਕਿ ਮੈਂ ਕੋਈ ਖਾਵਾਂ ਪੀਵਾਂ ਵੀ ਨਾ, ਮੈਂ ਬਾਹਰ ਵੀ ਇੱਕ ਸੈਕਿੰਡ ਵਾਸਤੇ ਵੀ ਨਾ ਨਿਕਲਾਂ, ਨਾ ਮੈਂ ਚੰਦ ਦੇਖਾਂ, ਨਾ ਮੈਂ ਸੂਰਜ ਦੇਖਾਂ, ਦਿਨ ਰਾਤ ਮੈਂ ਗੁਫਾ ਦੇ ਵਿੱਚ ਹੀ ਬੈਠਾ ਰਵਾਂ, ਤੇ ਜੇ ਮੈਂ ਕਦੇ ਵੀ ਸੌਂ ਕੇ ਵੀ ਨਾ ਵੇਖਾਂ, ਕਦੇ ਵੀ ਨਾ ਸੌਵਾਂ, ਹੇ ਪ੍ਰਭੂ, ਇਤਨੀ ਲੰਮੀ ਸਮਾਧੀ ਲਾ ਕੇ ਵੀ ਮੈਥੋਂ ਤੇਰਾ ਮੁੱਲ ਨਹੀਂ ਪੈ ਸਕਦਾ। ਹੇ ਅਕਾਲ ਪੁਰਖ, ਤੂੰ ਬੇਅੰਤ ਹੈ, ਤੇਰੇ ਬਰਾਬਰ ਦਾ ਮੈਂ ਕਿਸੇ ਹੋਰ ਨੂੰ ਨਹੀਂ ਲੱਭ ਸਕਦਾ। ਸਾਧ ਸੰਗਤ ਜੀ ਸੋਚੀਏ, ਕਰੋੜਾਂ ਸਾਲ ਉਮਰ ਹੋਵੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੇ ਸੱਚੇ ਪਿਤਾ ਪਰਮਾਤਮਾ, ਗੁਰੂ ਜੀ ਕਹਿੰਦੇ ਮੈਂ ਤੇਰਾ ਅੰਤ ਨਹੀਂ ਲੱਭ ਸਕਦਾ। ਅਕਾਲ ਪੁਰਖ, ਮੈਂ ਤੇਰੀ ਕਿਤਨੀ ਕੋ ਵਡਿਆਈ ਦੱਸਾਂ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ। ਵਾਹਿਗੁਰੂ। ਸਾਚਾ ਨਿਰੰਕਾਰ ਨਿਜ ਥਾਏ, ਸੁਨ ਸੁਨ ਆਖਨ ਆਖਨਾ, ਜੇ ਭਾਵੈ ਕਰੈ ਤਮਾਏ। ਰਹਾਓ। ਗੁਰੂ ਜੀ ਕਹਿੰਦੇ ਸਦਾ ਕਾਇਮ ਰਹਿਣ ਵਾਲਾ ਨਿਰਆਕਾਰ ਪਰਮਾਤਮਾ ਆਪਣੇ ਆਪ ਵਿੱਚ ਟਿਕਿਆ ਹੋਇਆ ਹੈ, ਉਹਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ, ਕਿਸੇ ਦੀ ਮੁਤਾਜ਼ਗੀ ਨਹੀਂ ਉਹਨੂੰ, ਉਹ ਆਪਣੇ ਆਪ ਵਿੱਚ ਹੀ ਹੈ। ਅਸੀਂ ਜੀਵ ਇੱਕ ਦੂਜੇ ਤੋਂ ਸੁਣ ਸੁਣ ਕੇ ਉਸ ਦੀ ਬਜ਼ੁਰਗੀ ਦਾ ਬਿਆਨ ਕਰਦੇ ਹਾਂ, ਉਹਦੇ ਬਾਰੇ ਗੱਲਾਂ ਕਰਦੇ ਹਾਂ, ਉਹਦੀਆਂ ਉਸਤਤਾਂ ਕਰਦੇ ਹਾਂ, ਪਰ ਕੋਈ ਇਹ ਨਹੀਂ ਦੱਸ ਸਕਦਾ ਕਿ ਉਹ ਕਿਤਨਾ ਕੁ ਵੱਡਾ ਹੈ। ਵਡਿਆਈ ਉਹਦੀ ਸਾਰੇ ਕਰੀ ਜਾਂਦੇ ਆ, ਪਰ ਕੋਈ ਕਰੋੜਾਂ ਵੀ ਬੇਸ਼ੱਕ ਦੀ ਸਾਲ ਦੀ ਉਮਰ ਹੋਵੇ, ਇੱਕ ਅੱਖ ਝਮਕਣ ਦੇ ਸਮਾਂ ਵੀ ਉਹ ਪਰਮਾਤਮਾ ਦੀ ਸਮਾਧੀ ਤੋਂ ਵੱਖ ਨਾ ਹੋਵੇ, ਉਹਦੀ ਸਮਾਧੀ ਵਿੱਚ ਹੀ ਲੀਨ ਰਹੇ, ਤੇ ਫਿਰ ਵੀ ਕਹਿੰਦੇ ਪਰ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹਦੇ ਬਾਰੇ ਦੱਸ ਨਹੀਂ ਸਕਦੇ ਕਿ ਉਹ ਕਿਤਨਾ ਕੁ ਵੱਡਾ ਹੈ, ਉਹ ਕਿੰਨਾ ਕੁ ਫੈਲਿਆ ਹੋਇਆ। ਜੇ ਪ੍ਰਭੂ ਨੂੰ ਚੰਗਾ ਲੱਗੇ ਤਾਂ ਜੀਵ ਦੇ ਅੰਦਰ ਆਪਣੀ ਸਿਫਤ ਸਲਾਹ ਦੀ ਤਾਂਘ ਪੈਦਾ ਕਰ ਦਿੰਦਾ। ਜੇ ਉਹ ਪ੍ਰਭੂ ਭਾਵੇ, ਜੇ ਉਹ ਅਕਾਲ ਪੁਰਖ ਭਾਵੇ, ਤਾਂ ਉਹ ਜੀਵ ਨੂੰ ਆਪਣੀਆਂ ਸਿਫਤਾਂ ਕਰਨ ਦੇ ਵਿੱਚ ਲਾ ਦਿੰਦਾ। ਜਿਸ ਦੇ ਉੱਤੇ ਉਸ ਪਰਮਾਤਮਾ ਦੀ ਮਿਹਰ ਹੁੰਦੀ ਹੈ, ਉਹਦਾ ਅੰਦਰੋਂ ਮਨ ਕਰਦਾ ਕਿ ਉਹ ਵਾਹਿਗੁਰੂ ਅਕਾਲ ਪੁਰਖ ਨਿਰੰਕਾਰ ਦੀ ਵਡਿਆਈ ਕਰਾਂ, ਮੈਂ ਉਹਦੀ ਉਸਤਤ ਕਰਾਂ, ਕਿਉਂਕਿ ਉਹ ਸਲਾਹੁਣ ਦੇ ਯੋਗ ਹੈ। ਰਹਾਓ। ਕੁੱਸਾ ਕੱਟੀਐ ਵਾਰ ਵਾਰ, ਪੀਸਨ ਪੀਸਾ ਪਾਏ। ਅੱਗੀ ਸੇਤੀ ਜਾਲੀਐ, ਭਸਮ ਸੇਤੀ ਰਲ ਜਾਓ। ਵੀ ਤੇਰੀ ਕੀਮਤ ਨਾ ਪਵੈ, ਹੋਂ ਕੇਵੜ ਆਖਾ ਨਾਓ।
ਗੁਰੂ ਜੀ ਕਹਿੰਦੇ ਜੇ ਤਪ ਤੇ ਕਸ਼ਟ ਦੇ ਦੇ ਕੇ ਆਪਣੇ ਸਰੀਰ ਨੂੰ ਮੈਂ ਕੋਹ ਸੁੱਟਾਂ। ਵਾਹਿਗੁਰੂ ਵਾਹਿਗੁਰੂ। ਮੁੜ ਮੁੜ ਰਤਾ ਰਤਾ ਕੱਟ ਦਿਆਂ। ਗੁਰੂ ਜੀ ਕਹਿੰਦੇ ਜੇ ਮੈਂ ਆਪਣੇ ਸਰੀਰ ਨੂੰ ਕਸ਼ਟ ਦੇ ਕੇ, ਜਿਵੇਂ ਹੁਣ ਕਈ ਜਪ ਤਪ ਕਰਦੇ ਆ, ਕਸ਼ਟ ਕਰਦੇ ਆ, ਕੋਈ ਪੁੱਠਾ ਲਮਕਦਾ, ਕੋਈ, ਗੁਰੂ ਜੀ ਨੇ ਇਹ ਸਭ ਖਿਆਲ ਆਪਣੇ ਅੰਦਰ ਰੱਖ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਕਹਿੰਦੇ ਜੇ ਤਪ ਤੇ ਕਸ਼ਟ ਦੇ ਕੇ ਆਪਣੇ ਸਰੀਰ ਨੂੰ ਮੈਂ ਕੋਹ ਸੁੱਟਾਂ, ਮੁੜ ਮੁੜ ਰਤਾ ਰਤਾ ਕੱਟ ਦਿਆਂ, ਉਸ ਤੋਂ ਬਾਅਦ ਉਹ ਛੋਟੇ ਛੋਟੇ ਪੀਸਾਂ ਨੂੰ ਚੱਕੀ ਵਿੱਚ ਪਾ ਕੇ ਪੀਹ ਦਿਆਂ। ਵਾਹਿਗੁਰੂ। ਉਸ ਤੋਂ ਬਾਅਦ ਅੱਗ ਵਿੱਚ ਸੁੱਟ ਦੇਵਾਂ ਤੇ ਸਾੜ ਦੇਵਾਂ ਤੇ ਆਪਣੇ ਆਪ ਨੂੰ ਸਵਾਹ ਨਾਲ ਰਲਾ ਦਿਆਂ। ਇਤਨੇ ਤਪ ਸਾਧ ਕੇ ਵੀ ਹੇ ਪ੍ਰਭੂ, ਹੇ ਨਿਰੰਕਾਰ, ਹੇ ਅੱਲਾ, ਹੇ ਰਾਮ, ਤੇਰੇ ਬਰਾਬਰ ਦਾ ਹੋਰ ਕੋਈ ਮੈਨੂੰ ਨਹੀਂ ਲੱਭ ਸਕਦਾ। ਹੇ ਵਾਹਿਗੁਰੂ, ਹੇ ਅਕਾਲ ਪੁਰਖ, ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੋ ਸਕਦਾ। ਸੱਚੇ ਪਿਤਾ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ। ਵਾਹਿਗੁਰੂ, ਮੈਂ ਨਹੀਂ ਦੱਸ ਸਕਦਾ ਤੇਰੀ ਵਡਿਆਈ। ਸੱਚੇ ਪਿਤਾ, ਤੂੰ ਬੇਅੰਤ ਹੈ। ਵਾਹਿਗੁਰੂ, ਤੂੰ ਬੇਅੰਤ ਹੈ। ਸੱਚੇ ਪਿਤਾ ਜੀ, ਪੰਖੀ ਹੋਇ ਕੇ ਜੇ ਪਵਾਂ ਸਹਿ ਅਸਮਾਨੀ ਜਾਓ, ਨਦਰੀ ਕਿਸੇ ਨਾ ਆਵਉ, ਨਾ ਕੁਛ ਪਿਆ ਨਾ ਖਾਊ, ਭੀ ਤੇਰੀ ਕੀਮਤ ਨਾ ਪਵੈ, ਹੋਂ ਕੇਵੜ ਆਖਾਂ ਨਾਉ। ਗੁਰੂ ਜੀ ਅੱਗੇ ਸਮਝਾਉਂਦੇ ਆ, ਹੇ ਅਕਾਲ ਪੁਰਖ, ਨਿਰੰਕਾਰ, ਸ੍ਰਿਸ਼ਟੀ ਦੇ ਮਾਲਕ, ਸ੍ਰਿਸ਼ਟੀ ਨੂੰ ਸਾਜਣ ਵਾਲੇ, ਜੇ ਮੈਂ ਪੰਛੀ ਬਣ ਕੇ ਉੱਡ ਸਕਾਂ ਤੇ ਸੈਂਕੜੇ ਅਸਮਾਨਾਂ ਤੱਕ ਪਹੁੰਚ ਸਕਾਂ। ਵਾਹਿਗੁਰੂ, ਉੱਡ ਕੇ ਮੈਂ ਇਤਨਾ ਉੱਚਾ ਚਲਾ ਜਾਵਾਂ ਕਿ ਮੈਂ ਕਿਸੇ ਨੂੰ ਦਿਸ ਨਾ ਸਕਾਂ ਤੇ ਖਾਵਾਂ ਪੀਵਾਂ ਵੀ ਕੁਝ ਨਾ। ਵਾਹਿਗੁਰੂ, ਪੰਖੀ ਹੋਏ ਕੇ ਜੇ ਭਵਾਂ ਸਹਿ ਅਸਮਾਨੀ ਜਾਓ। ਵਾਹਿਗੁਰੂ, ਜੇ ਮੈਂ ਪੰਛੀ ਬਣ ਕੇ ਸੈਂਕੜੇ ਅਸਮਾਨਾਂ ਤੱਕ ਪਹੁੰਚ ਜਾਵਾਂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਧ ਸੰਗਤ ਜੀ, ਸਾਨੂੰ ਤਾਂ ਇੱਕ ਹੀ ਅਸਮਾਨ ਦਿਸ ਰਿਹਾ, ਉਸ ਤੋਂ ਉੱਪਰੋਂ ਸੈਂਕੜੇ ਅਸਮਾਨਾਂ ਤੱਕ ਗੁਰੂ ਜੀ ਕਹਿੰਦੇ ਜੇ ਮੈਂ ਪਹੁੰਚ ਜਾਵਾਂ, ਇਤਨਾ ਉੱਚਾ ਉੱਡ ਜਾਵਾਂ ਕਿ ਕਿਸੇ ਨੂੰ ਦਿਸ ਨਾ ਸਕਾਂ ਤੇ ਨਾ ਹੀ ਕੁਛ ਖਾਵਾਂ ਪੀਵਾਂ। ਮੈਂ ਇਤਨੀ ਪਹੁੰਚ ਰੱਖਦਾ ਹੋਇਆ ਵੀ ਹੇ ਪ੍ਰਭੂ, ਮੈਂ ਤੇਰੇ ਦਰਬਾਰ ਦਾ ਹੋਰ ਕੋਈ ਨਹੀਂ ਲੱਭ ਸਕਦਾ। ਵਾਹਿਗੁਰੂ, ਤੇਰੇ ਦਾ ਬਰਾਬਰ, ਹੇ ਵਾਹਿਗੁਰੂ, ਤੇਰੇ ਦਰਬਾਰ ਦਾ ਬਰਾਬਰ ਦਾ, ਤੇਰੇ ਜਿੰਨਾ ਉੱਚਾ ਵਾਹਿਗੁਰੂ ਮੈਂ ਕੋਈ ਹੋਰ ਨਹੀਂ ਲੱਭ ਸਕਦਾ। ਸੱਚੇ ਪਿਤਾ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ। ਵਾਹਿਗੁਰੂ, ਤੂੰ ਬੇਅੰਤ ਹੈ। ਸੱਚੇ ਪਿਤਾ, ਨਾਨਕ ਕਾਗਦ ਲਖ ਮਨਾ, ਪੜ ਪੜ ਕੀਚੈ ਭਾਓ, ਮਸੂ ਤੋਟ ਨਾ ਆਵਈ, ਲੇਖਨ ਪਵਨ ਚਲਾਓ, ਭੀ ਤੇਰੀ ਕੀਮਤ ਨਾ ਪਵੈ, ਹੋਂ ਕੇਵੜ ਆਖਾਂ ਨਾਉ। ਗੁਰੂ ਜੀ ਸਾਨੂੰ ਕੀ ਸਮਝਾਉਂਦੇ ਆ? ਕਹਿੰਦੇ ਹੇ ਨਾਨਕ, ਆਖ ਹੇ ਪ੍ਰਭੂ, ਜੇ ਮੇਰੇ ਪਾਸ ਤੇਰੀ ਵਡਿਆਈ ਨਾਲ ਭਰੇ ਹੋਏ ਲੱਖ ਮਣਾ ਕਾਗਜ਼ ਹੋਣ, ਤੇਰੀ ਵਡਿਆਈ ਦੇ ਭਰੇ ਹੋਏ ਲੱਖ ਮਣਾ ਕਾਗਜ਼ ਹੋਣ, ਨਾਨਕ ਕਾਗਦ ਲੱਖ ਮਣਾ ਪੜ ਪੜ ਕੀਚੈ ਭਾਉ, ਮੈਂ ਉਹ ਲੱਖ ਮਣ ਕਾਗਜ਼ਾਂ ਨੂੰ, ਲੱਖ ਮਣਾ ਕਾਗਜ਼ਾਂ ਨੂੰ ਮੁੜ ਮੁੜ ਕੇ ਪੜਾਂ ਤੇ ਵਿਚਾਰ ਵੀ ਕਰੀ ਜਾਵਾਂ। ਪੜ ਪੜ ਕੀਚੈ ਭਾਉ, ਉਸ ਪਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਤੇਰੇ ਨਾਲ ਪਿਆਰ ਵੀ ਪਈ ਜਾਵੇ। ਲੱਖ ਮਣਾ ਕਾਗਜ਼ ਪੜ੍ਹ ਕੇ ਤੇ ਮੈਂ ਵਾਰੀ ਵਾਰੀ ਉਹਨਾਂ ਨੂੰ ਪੜ੍ਹੀ ਜਾਵਾਂ ਤੇ ਉਹਨਾਂ ਦੀ ਵਿਚਾਰ ਵੀ ਕਰੀ ਜਾਵਾਂ। ਤੇ ਜੇ ਤੇਰੀ ਵਡਿਆਈ ਲਿਖਣ ਵਾਸਤੇ ਮੈਂ ਹਵਾ ਨੂੰ ਕਲਮ ਬਣਾ ਲਵਾਂ, ਜਿਵੇਂ ਹਵਾ ਚੱਲਦੀ ਹੈ ਇਸ ਤਰ੍ਹਾਂ ਇਵੇਂ ਮੇਰੀ ਕਲਮ ਚੱਲੇ। ਮੱਸੂ ਤੋਟ ਨਾ ਆਵੇ, ਲੇਖਣ ਪਵਨ ਚਲਾਓ। ਮੱਸੂ ਮਤਲਬ ਸ਼ਾਹੀ, ਮੈਨੂੰ ਸ਼ਾਹੀ ਦੀ ਤੋਟ ਨਾ ਆਵੇ ਤੇ ਮੇਰੀ ਕਲਮ ਇੱਦਾਂ ਚੱਲੇ ਜਿਵੇਂ ਹਵਾ ਵਗਦੀ ਹੈ, ਜਿਵੇਂ ਹਵਾ ਚੱਲਦੀ ਹੈ, ਇੰਨੀ ਸ਼ੋਅ ਨਾਲ ਮੇਰੀ ਕਲਮ ਚੱਲੇ।
ਇੰਨੀ ਸ਼ੋਅ ਨਾਲ ਮੈਂ ਤੇਰੀ ਵਡਿਆਈ ਲਿਖਾਂ ਸੱਚੇ ਪਿਤਾ। ਤਾਂ ਵੀ ਹੇ ਪ੍ਰਭੂ ਮੈਂ ਤੇਰਾ ਮੁੱਲ ਨਹੀਂ ਪਾ ਸਕਦਾ। ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ। ਮੱਸੂ ਤੋਟ ਨਾ ਆਵਈ ਲੇਖਣ ਪਵਨ ਚਲਾਓ, ਭੀ ਤੇਰੀ ਕੀਮਤ ਨਾ ਪਵੈ ਹਉ ਕੇਵੜ ਆਖਾਂ ਨਾਓ। ਹੇ ਅਕਾਲ ਪੁਰਖ ਨਿਰੰਕਾਰ, ਮੈਂ ਫਿਰ ਵੀ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ। ਹੇ ਸੱਚੇ ਪਿਤਾ, ਤੂੰ ਬੇਅੰਤ ਹੈ। ਵਾਹਿਗੁਰੂ ਤੂੰ ਬੇਅੰਤ ਹੈ ਸੱਚੇ ਪਿਤਾ ਜੀਓ। ਸਿਰੀ ਰਾਗ ਮਹੱਲਾ ਪਹਿਲਾ। ਲੇਖੇ ਬੋਲਨ ਬੋਲਣਾ, ਲੇਖੈ ਖਾਣਾ ਖਾਓ, ਲੇਖੇ ਵਾਟ ਚਲਾਈਐ, ਲੇਖੈ ਸੁਣੈ ਵਿਖਾਓ, ਲੇਖੇ ਸਾਹਾ ਲਵਾਈਐ, ਪੜ੍ਹੈ ਕੇ ਪੁੱਛਣ ਜਾਓ। ਬਾਬਾ ਮਾਇਆ ਰਚਨਾ ਧੋ, ਅੰਧੇ ਨਾਮ ਵਿਸਾਰਿਆ, ਨਾ ਤਿਸ ਇਹ ਨਾ ਉਹ ਰਹਾਓ। ਜੀਵਨ ਮਰ ਨਾ ਜਾਏ ਕੈ, ਇੱਥੇ ਖਾਜੈ ਕਾਲ, ਜਿੱਥੇ ਬਹਿ ਸਮਝਾਈਐ, ਤਿੱਥੇ ਕੋਈ ਨਾ ਚੱਲਿਓ ਨਾਲ। ਰੋਵਨ ਵਾਲੇ ਜੇਤੜੇ, ਸਭ ਬੰਨਨ ਪੰਡ ਪੰਡਾਲ, ਸਭ ਕੋ ਆਖੈ ਬਹੁਤ ਬਹੁਤ, ਘੱਟ ਨਾ ਆਖੈ ਕੋਇ। ਕੀਮਤ ਕਿੰਨੇ ਨਾ ਪਾਈਐ, ਕਹਿਨ ਨਾ ਵੱਡਾ ਹੋਏ। ਸਾਚਾ ਸਾਹਿਬ ਏਕ ਤੂੰ, ਹੋਰ ਜੀਆ ਕੇਤੈ ਲੋਏ। ਸਾਚਾ ਸਾਹਿਬ ਏਕ ਤੂੰ, ਹੋਰ ਜੀਆ ਕੇਤੇ ਲੋ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ। ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਜਿੱਥੇ ਨੀਚ ਸਮਾਲੀਅਨ, ਤਿੱਥੈ ਨਦਰ ਤੇਰੀ ਬਖਸੀਸ। ਜਿੱਥੈ ਨੀਚ ਸਮਾਲੀਅਨ, ਤਿੱਥੈ ਨਦਰ ਤੇਰੀ ਬਖਸੀਸ। ਵਾਹਿਗੁਰੂ ਜੀ। ਲੇਖੈ ਬੋਲਨ ਬੋਲਣਾ, ਲੇਖੈ ਖਾਣਾ ਖਾਓ, ਲੇਖੈ ਵਾਟ ਚਲਾਈਐ, ਲੇਖੈ ਸੁਣ ਵੇਖਾਓ, ਲੇਖੈ ਸਾਹ ਲਵਾਈਐ, ਪੜ੍ਹੈ ਕੇ ਪੁੱਛਣ ਜਾਓ। ਗੁਰੂ ਜੀ ਸਾਨੂੰ ਸਮਝਾਉਣਾ ਕਰਦੇ ਹੈ, ਇਹ ਗੱਲ ਹਰ ਕੋਈ ਜਾਣਦਾ ਹੈ ਕਿ ਅਸੀਂ ਜ਼ਿੰਦਗੀ ਦੇ ਸਾਹ ਗਿਣੇ ਮਿੱਥੇ ਸਮੇਂ ਲਈ ਲੈ ਰਹੇ ਹਾਂ। ਇਹ ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਇੱਕ ਦਿਨ ਇੱਥੋਂ ਚਲੇ ਜਾਣਾ ਹੈ। ਜੋ ਸਾਨੂੰ ਉਹ ਪ੍ਰਭੂ ਪਰਮਾਤਮਾ ਦੇ ਘਰੋਂ ਸਵਾਸ ਮਿਲੇ ਹੈ, ਉਹ ਜਦੋਂ ਸਾਡੇ ਪੂਰੇ ਹੋ ਗਏ ਤਾਂ ਅਸੀਂ ਇੱਥੋਂ ਚਲੇ ਜਾਣਾ ਹੈ। ਲੇਖੈ ਵਾਟ ਚਲਾਈਐ, ਲੇਖੈ ਸੁਣ ਵਿਖਾਓ, ਲੇਖੈ ਸਾਹ ਲਵਾਈਐ, ਪੜ੍ਹੇ ਕੇ ਪੁੱਛਣ ਜਾਓ। ਗੁਰੂ ਜੀ ਕਹਿੰਦੇ ਗਿਣੇ ਮਿੱਥੇ ਸਮੇਂ ਲਈ ਹੀ ਅਸੀਂ ਸਵਾਸ ਲੈ ਰਹੇ ਹਾਂ। ਸਾਡਾ ਬੋਲ ਚਾਲ ਖਾਣਾ ਪੀਣਾ ਥੋੜ੍ਹੇ ਹੀ ਸਮੇਂ ਲਈ ਹੈ। ਜਿਸ ਜੀਵਨ ਸਫ਼ਰ ਵਿੱਚ ਅਸੀਂ ਤੁਰੇ ਹੋਏ ਹਾਂ, ਇਹ ਸਫ਼ਰ ਵੀ ਥੋੜ੍ਹੇ ਹੀ ਚਿਰ ਲਈ ਹੈ। ਜੋ ਅਸੀਂ ਜ਼ਿੰਦਗੀ ਜੀ ਰਹੇ ਹਾਂ, ਸਾਨੂੰ ਪਤਾ ਵੀ ਇੱਕ ਦਿਨ ਅਸੀਂ ਜਾਣਾ ਹੀ ਹੈ। ਇੱਕ ਸੁਪਨੇ ਦੀ ਨਿਆਈ ਹੈ ਸਾਡੀ ਜ਼ਿੰਦਗੀ। ਗੁਰੂ ਜੀ ਕਹਿੰਦੇ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ। ਦੁਨੀਆ ਦੇ ਰੰਗ ਰਾਗ ਤਮਾਸ਼ੇ ਸੋਨੇ ਵੇਖਣੇ ਵੀ ਥੋੜ੍ਹੇ ਸਮੇਂ ਲਈ ਹੈ। ਬਾਬਾ ਮਾਇਆ ਰਚਨਾ ਧੋ, ਅੰਧੇ ਨਾਮ ਵਿਸਾਰਿਆ, ਨਾ ਤਿਸ ਇਹ ਨਾ ਉਹ ਰਹਾਓ। ਗੁਰੂ ਜੀ ਕਹਿੰਦੇ ਹੇ ਭਾਈ, ਮਾਇਆ ਦੀ ਖੇਡ ਜੀਵਨ ਲਈ 4 ਦਿਨਾਂ ਦੀ ਹੀ ਖੇਡ ਹੈ। ਸਾਧ ਸੰਗਤ ਜੀ, ਸਾਨੂੰ ਪਤਾ ਹੈ ਵੀ ਅਸੀਂ ਇਹ ਸੰਸਾਰ ਛੱਡ ਕੇ ਇੱਕ ਦਿਨ ਜਾਣਾ ਹੈ। ਸਾਡੇ ਇਸ ਮੱਟ ਰੂਪੀ
ਦੇਹ ਦੇ ਵਿੱਚ ਸਵਾਸ ਉਹ ਵਾਹਿਗੁਰੂ ਅਕਾਲ ਪੁਰਖ ਨੇ ਜਿੰਨੇ ਪਾਏ ਹੈ, ਜਦੋਂ ਉਹ ਪੂਰੇ ਹੋ ਗਏ, ਇਸ ਰੰਗਲੀ ਦੁਨੀਆ ਛੱਡ ਕੇ, ਇਹ ਦੇਹ ਨੂੰ ਇੱਥੇ ਛੱਡ ਕੇ ਅਸੀਂ ਚਲੇ ਜਾਣਾ। ਸਭ ਕੁਛ ਰੰਗ ਤਮਾਸ਼ੇ ਇੱਥੇ ਛੱਡ ਕੇ ਅਸੀਂ ਚਲੇ ਜਾਣਾ, ਪਰ ਸਾਡਾ ਮਨ ਮੰਨਣ ਨੂੰ ਤਿਆਰ ਹੀ ਨਹੀਂ। ਸਾਨੂੰ ਪਤਾ ਵੀ ਜਾਣਾ, ਪਰ ਅੰਦਰੋਂ ਮਨ ਨਹੀਂ ਮੰਨਦਾ ਵੀ ਜਾਣਾ, ਕਿਉਂਕਿ ਇਹਨੂੰ ਇਹ ਦੁਨੀਆ ਦੇ ਰੰਗ ਤਮਾਸ਼ਿਆਂ ਦੇ ਵਿੱਚ ਇੰਨਾ ਚਸਕਾ ਲੱਗਿਆ, ਇੰਨਾ ਚੰਗਾ ਲੱਗਦਾ ਇਹਨੂੰ ਕਿ ਇਹਨਾਂ ਦੀ ਖੇਡ ਵਿੱਚ ਹੀ, ਗੁਰੂ ਜੀ ਕਹਿੰਦੇ ਇਸ ਖੇਡ ਦੇ ਵਿੱਚ ਹੀ ਲੱਗ ਕੇ ਅੰਧੇ ਨਾਮ ਵਿਸਾਰਿਆ, ਨਾ ਤਿਸ ਇਹ ਨਾ ਉਹ। ਅਸੀਂ ਅੰਨੇ ਹੋਏ ਪਏ ਆ ਇਹ ਰੰਗ ਤਮਾਸ਼ੇ ਵੇਖ ਕੇ। ਇਹ 4 ਦਿਨਾਂ ਦੀ ਖੇਡ ਵਿੱਚ ਗੁਰੂ ਜੀ ਕਹਿੰਦੇ ਅੰਨੇ ਹੋਏ ਮਨੁੱਖ ਨੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ। ਉਹ ਪਰਮਾਤਮਾ ਦਾ ਨਾਮ ਹੀ ਨਹੀਂ ਯਾਦ, ਜਿਹਨੇ ਸਾਨੂੰ ਇਹ ਜ਼ਿੰਦਗੀ ਦਿੱਤੀ ਹੈ, ਜਿਹਨੇ ਸਭ ਕੁਛ ਦਿੱਤਾ, ਜਿਹਨੇ ਸਵਾਸ ਦਿੱਤੇ ਹੈ, ਜਿਹਨੇ ਸਰੀਰ ਦਿੱਤਾ, ਉਹ ਤਾਂ ਯਾਦ ਹੀ ਨਹੀਂ। ਉਹਨੂੰ ਤਾਂ ਅਸੀਂ ਭੁੱਲ ਗਏ ਤੇ ਇਸ ਦੁਨੀਆ ਦੇ ਵਿੱਚ ਲੱਗ ਗਏ। ਗੁਰੂ ਜੀ ਕਹਿੰਦੇ ਨਾ ਮਾਇਆ ਹੀ ਨਾਲ ਨਿਭਦੀ ਹੈ ਤੇ ਨਾ ਪ੍ਰਭੂ ਦਾ ਨਾਮ ਹੀ ਮਿਲਦਾ। ਜੇ ਅਸੀਂ ਅਕਾਲ ਪੁਰਖ ਨਿਰੰਕਾਰ ਦਾ ਨਾਮ ਜਪਾਂਗੇ ਤਾਂ ਹੀ ਸਾਨੂੰ ਲਾਸਟ ਦੇ ਵਿੱਚ ਸਹਾਈ ਹੋਊਗਾ ਨਾ, ਤਾਂ ਹੀ ਸਾਨੂੰ ਉਸ ਪ੍ਰਭੂ ਪਰਮਾਤਮਾ ਦੇ ਨਾਮ ਸਾਡੇ ਨਾਲ ਨਿਭੂਗਾ, ਸਾਨੂੰ ਸਾਡਾ ਸਾਥੀ ਬਣੂਗਾ। ਤੇ ਮਾਇਆ ਤਾਂ ਅਸੀਂ ਇੱਥੇ ਵੇਖਦੇ ਹਾਂ, ਹੁਣ ਜਾਂਦੇ ਵੱਡੇ ਵੱਡੇ ਲੋਕ ਜਾਂਦੇ ਆ, ਸਾਡੇ ਸਾਹਮਣੇ ਜਾਂਦੇ ਆ। ਅਸੀਂ ਕਿੰਨੇ ਆਪਦੇ ਰਿਸ਼ਤੇਦਾਰ ਭੈਣ ਭਰਾਵਾਂ ਦੀ ਮੌਤ ਹੋਈ ਵੇਖਦੇ ਹਾਂ, ਕੀ ਜਾਂਦਾ ਨਾਲ? ਕੁਛ ਵੀ ਨਹੀਂ ਜਾਂਦਾ, ਪਰ ਮਨ ਐਡਾ ਢੀਠ, ਐਡਾ ਬੇਈਮਾਨ। ਇਹ ਰੰਗਲੀ ਦੁਨੀਆ ਦੇ ਵਿੱਚੋਂ ਉਹ ਪਰਮਾਤਮਾ ਨੀ ਮੂੰਹ ਹੀ ਨਹੀਂ ਕਰਦਾ, ਇੰਨਾ ਇਹਦੇ ਵਿੱਚ ਖੁੱਭਿਆ ਹੋਇਆ। ਸਾਨੂੰ ਬਾਣੀ ਨਾ ਥਾਂ ਥਾਂ ਤੇ ਠੋਕਰਾਂ ਮਾਰਦੀ ਹੈ ਕਿ ਸਭ ਕੁਛ ਇੱਥੇ ਛੱਡ ਕੇ ਤੈਨੂੰ ਇੱਕ ਦਿਨ ਜਾਣਾ ਪੈਣਾ, ਤੇ ਉਹ ਪ੍ਰਭੂ ਦਾ ਨਾਮ, ਉਹ ਨਿਰੰਕਾਰ ਦਾ ਨਾਮ ਜੇ ਤੂੰ ਜਪਿਆ ਹੋਊਗਾ ਭਾਈ, ਤਾਂ ਉਹੀ ਇੱਕ ਤੇਰੇ ਨਾਲ ਨਿਭਣ ਵਾਲਾ ਸੌਦਾ। ਵਣਜ ਕਰੋ ਵਣਜਾਰਿਓ, ਵੱਖਰ ਲਿਓ ਸੰਭਾਲ, ਐਸੀ ਵਸਤ ਸੰਭਾਲੀ ਹੈ ਜੈਸੀ ਨਿਭੈ ਨਾਲ। ਕਿਹੜੀ ਵਸਤੂ ਸਾਡੇ ਨਾਲ ਨਿਭਣੀ ਹੈ? ਉਹ ਪਰਮਾਤਮਾ ਦਾ ਨਾਮ, ਜੋ ਅਸੀਂ ਸਾਰੇ ਅੱਜ ਭੁੱਲੇ ਬੈਠੇ ਹਾਂ। ਵਾਹਿਗੁਰੂ ਮਿਹਰ ਕਰੇ, ਸਾਨੂੰ ਨਾਮ ਦੇ ਵਿੱਚ ਲਾਵੇ, ਸਾਡੀ ਸੁਰਤ ਨਾਮ ਦੇ ਵਿੱਚ ਲੱਗੇ। ਅੱਗੇ ਗੁਰੂ ਜੀ ਕੀ ਸਮਝਾ ਰਹੇ ਆ ਸਾਨੂੰ ਰਹਾਉ ਤੋਂ ਅੱਗੇ? ਜੀਵਨ ਮਰ ਨਾ ਜਾਏ ਕੈ, ਇੱਥੇ ਖਾਜੈ ਕਾਲ, ਜਿੱਥੇ ਬਹਿ ਸਮਝਾਈ ਹੈ, ਤਿੱਥੇ ਕੋਈ ਨਾ ਚੱਲਿਓ ਨਾਲ। ਰੋਵਨ ਵਾਲੇ ਜਿਤੜੇ, ਸਭ ਬੰਨੈ ਪੰਡ ਪਰਾਲ। ਗੁਰੂ ਜੀ ਕਹਿੰਦੇ ਜਗਤ ਵਿੱਚ ਜਨਮ ਲੈ ਕੇ ਜੰਮਣ ਤੋਂ ਮਰਨ ਤੱਕ ਸਾਰੀ ਉਮਰ ਮਨੁੱਖ ਪਦਾਰਥ ਇਕੱਠੇ ਕਰਨ ਦੇ ਆਹਰ ਲੱਗੇ ਰਹਿੰਦੇ ਆ। ਸਾਰੀ ਉਮਰ ਅਸੀਂ ਇਸੇ ਕੰਮ ਵਿੱਚ ਹੀ ਭੱਜੇ ਫਿਰਦੇ ਹਾਂ। ਸਾਧ ਸੰਗਤ ਜੀ, ਜਿਨ੍ਹਾਂ ਦੀ ਖਾਤਰ ਇਹ ਦੌੜ ਭੱਜ ਕਰਦਾ, ਉਹਨਾਂ ਵਿੱਚੋਂ ਕੋਈ ਵੀ ਉਹ ਥਾਂ ਤੱਕ ਸਾਥ ਨਹੀਂ ਨਿਭਾਉਂਦਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸਭ ਕੁਛ ਇੱਥੇ ਰਹਿ ਜਾਂਦਾ। ਅਸੀਂ ਮਾਇਆ ਕਿਸ ਦੇ ਖਾਤਰ ਅਸੀਂ ਭੱਜ ਦੌੜ ਕਰਦੇ ਹਾਂ? ਸਾਨੂੰ ਸੁੱਖ ਮਿਲੂਗਾ, ਅਸੀਂ ਸੁੱਖ ਦੀ ਜ਼ਿੰਦਗੀ ਬਤੀਤ ਕਰਾਂਗੇ, ਸਾਡੇ ਬੱਚੇ ਸੁਖੀ ਰਹਿਣਗੇ। ਅਸੀਂ ਬੱਚਿਆਂ ਦੀ ਖਾਤਰ ਸਭ ਦਿਨ ਰਾਤ ਭੱਜੇ ਫਿਰਦੇ ਆ। ਪਰ ਅੱਗੇ ਗੁਰੂ ਜੀ ਕਹਿੰਦੇ ਭਾਈ ਤੇਰੇ ਨਾਲ ਨਾ ਤਾਂ ਇਸ ਮਾਇਆ ਨੇ ਜਾਣਾ ਜਿਹੜੀ ਤੂੰ ਇਕੱਠੀ ਕਰਦਾ, ਤੇ ਨਾ ਹੀ ਇਹਨਾਂ ਬੱਚਿਆਂ ਨੇ ਤੇਰਾ ਸਾਥ ਦੇਣਾ, ਜਿਨ੍ਹਾਂ ਦੀ ਖਾਤਰ ਤੂੰ ਜਿਵੇਂ ਵੀ ਪੈਸਾ ਇਕੱਠਾ ਹੁੰਦਾ ਹੋਵੇ, ਤੂੰ ਸੰਕੋਚ ਨਹੀਂ ਕਰਦਾ ਕਮਾਈ ਕਰਨ ਤੋਂ, ਤੂੰ ਕਦੇ ਵੀ ਪਿੱਛੇ ਨਹੀਂ ਹਟਦਾ। ਜਿਵੇਂ ਵੀ ਤੇਰੇ ਕੋਲੇ ਪੈਸਾ ਆਉਂਦਾ ਹੋਵੇ, ਤੂੰ ਉਵੇਂ ਇਕੱਠਾ ਕਰਨ ਦੀ ਕੋਸ਼ਿਸ਼ ਕਰਦਾ, ਕਿਉਂਕਿ ਮੇਰੇ ਬੱਚਿਆਂ ਨੂੰ ਸੁੱਖ ਮਿਲੇ। ਪਰ ਗੁਰੂ ਜੀ ਕਹਿੰਦੇ ਭਾਈ ਤੂੰ ਉਹ ਪਰਮਾਤਮਾ ਦਾ ਨਾਮ ਜਪ, ਤੂੰ ਉਹਦਾ ਸਿਮਰਨ ਕਰਕੇ ਦਸਾਂ ਨੌਹਾਂ ਦੀ ਕਿਰਤ ਕਰ। ਜਦੋਂ ਅਸੀਂ ਉਹ ਵਾਹਿਗੁਰੂ ਦਾ ਨਾਮ ਜਪ ਕੇ ਆਪਦੀ ਕਿਰਤ ਕਮਾਈ ਕਰਾਂਗੇ, ਅਸੀਂ ਪਰਮਾਤਮਾ ਨੂੰ ਯਾਦ ਰੱਖ ਕੇ ਕਿਰਤ ਕਮਾਈ ਕਰਾਂਗੇ, ਤਾਂ ਅਸੀਂ ਮਾਇਆ ਦੇ ਵਿੱਚ ਨਹੀਂ ਖੁੱਭਾਂਗੇ, ਅਸੀਂ ਮਾਇਆ ਦੇ ਵਿੱਚ ਅੰਨੇ ਨਹੀਂ ਹੋਵਾਂਗੇ। ਅਸੀਂ ਆਪਣੇ ਦਸਾਂ ਨੌਹਾਂ ਦੀ ਕਿਰਤ ਕਰਾਂਗੇ, ਅਸੀਂ ਆਪਣੇ ਹੱਕ ਦੀ ਕਮਾਈ ਘਰੇ ਲੈ ਕੇ ਆਵਾਂਗੇ। ਗੁਰੂ ਜੀ ਸਮਝਾਉਂਦੇ ਆ ਸਾਰੀ ਜ਼ਿੰਦਗੀ ਵਿੱਚ ਕੀਤੇ ਕੰਮਾਂ ਦਾ ਲੇਖਾ ਤੈਨੂੰ ਸਮਝਾਇਆ ਜਾਣਾ ਭਾਈ, ਉਹ ਲੇਖਾ ਤੇਰੀ ਜਿੰਦ ਨੇ ਹੀ ਦੇਣਾ। ਇਸ ਦੇ ਮਰਨ ਤੋਂ ਪਿੱਛੋਂ ਇਸ ਨੂੰ ਰੋਣ ਵਾਲੇ ਸਾਰੇ ਹੀ ਸੰਬੰਧੀ, ਇਸ ਦਾ ਭਾਅ ਪਰਾਲੀ ਦੀਆਂ ਪੰਡਾਂ ਹਨ। ਪਰਾਲੀ ਹੁੰਦੀ ਹੈ ਝੋਨਾ, ਜਿਹੜਾ ਅਸੀਂ
ਚੌਲ ਕੱਢਦੇ ਆ। ਜਿਹੜੇ ਜਦੋਂ ਚੌਲ ਕੱਢੇ ਜਾਂਦੇ ਆ ਤਾਂ ਉਹ ਪਰਾਲੀ ਕੱਖਾਂ ਨਾਲੋਂ ਹੌਲੀ ਹੋ ਜਾਂਦੀ ਹੈ, ਉਹਦਾ ਕੋਈ ਮੁੱਲ ਨਹੀਂ ਰਹਿੰਦਾ, ਉਹਦੀ ਕੋਈ ਵੱਟਤ ਨਹੀਂ ਹੁੰਦੀ। ਤਾਂ ਗੁਰੂ ਜੀ ਸਾਨੂੰ ਉਹ ਪਰਾਲੀ ਦੀ ਉਦਾਹਰਨ ਦਿੰਦੇ ਆ। ਕਹਿੰਦੇ ਭਾਈ, ਜਿਹੜੇ ਤੇਰੇ ਭੈਣ ਭਰਾ, ਤੇਰੇ ਧੀਆਂ ਪੁੱਤ ਤੈਨੂੰ ਰੋਣਗੇ ਨਾ ਤੇਰੇ ਮਰਨ ਤੋਂ ਪਿੱਛੋਂ, ਤੈਨੂੰ ਉਹਦਾ ਕੋਈ ਭਾਅ ਨਹੀਂ ਹੋਣਾ। ਜਿਵੇਂ ਪਰਾਲੀ ਦੀਆਂ ਪੰਡਾਂ ਪਈਆਂ, ਆਉਂਦੀ ਆ ਹਵਾ, ਕਿਤੇ ਕਿੱਧਰ ਉੱਡ ਜਾਂਦੀ ਹੈ, ਕਿਤੇ ਕਿੱਧਰ, ਨਹੀਂ ਬੇਕਾਰ ਸਮਝ ਕੇ ਉਹਨੂੰ ਅੱਜ ਕੱਲ੍ਹ ਅੱਗ ਲਾ ਕੇ ਸਾੜੀ ਜਾਂਦੇ ਆ। ਗੁਰੂ ਜੀ ਕਹਿੰਦੇ ਤੇਰੇ ਭਾਅ ਦਾ ਉਹ ਇਹ ਚੀਜ਼ ਹੈ, ਪਰਾਲੀ ਦੀਆਂ ਪੰਡਾਂ ਹੀ ਆ, ਕੱਖ ਹੀ ਆ ਬਸ, ਹਵਾ ਨਾਲ ਉੱਡਣ ਵਾਲੇ ਕੱਖ ਹੀ ਆ ਜੋ ਗਲੀਆਂ ਵਿੱਚ ਰੁਲਦੇ ਫਿਰਦੇ ਆ। ਤੈਨੂੰ ਮਰਨ ਵਾਲੇ ਨੂੰ ਕੋਈ ਲਾਭ ਨਹੀਂ ਹੋਣਾ। ਤੈਨੂੰ ਲਾਭ ਹੈ, ਤੂੰ ਜਿਉਂਦੇ ਜੀ ਉਹ ਪ੍ਰਭੂ ਪਰਮਾਤਮਾ ਦਾ ਨਾਮ ਜਪ, ਤੂੰ ਉਹਦਾ ਸਿਮਰਨ ਕਰਵਾਏ, ਤੂੰ ਹਰ ਟਾਈਮ ਉਸ ਪਰਮਾਤਮਾ ਨੂੰ ਆਪਣੇ ਅੰਗ ਸੰਗ ਜਾਣ। ਅੱਗੇ ਗੁਰੂ ਜੀ ਸਾਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰਦੇ ਆ, ਸਾਡੇ ਨਿਮਾਣਿਆਂ 'ਤੇ ਗੁਰੂ ਜੀ ਦਇਆ ਕਰਕੇ ਸਾਨੂੰ ਕਿੰਨੇ ਸੌਖੇ ਢੰਗ ਨਾਲ ਸਮਝਾ ਰਹੇ ਆ। ਸਭ ਕੋ ਆਖੈ ਬਹੁਤ ਬਹੁਤ, ਘੱਟ ਨਾ ਆਖੈ ਕੋਏ, ਕੀਮਤ ਕਿੰਨੇ ਨਾ ਪਾਈ ਐ, ਕਹਿਨ ਨਾ ਵੱਡਾ ਹੋਏ। ਸਾਚਾ ਸਾਹਿਬ ਏਕ ਤੂੰ, ਹੋਰ ਜੀਆਂ ਕੇ ਤੈ ਲੋ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ। ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਜਿੱਥੈ ਨੀਚ ਸਮਾਲੀਅਨ, ਤਿੱਥੈ ਨਦਰ ਤੇਰੀ ਬਖਸ਼ੀਸ। ਗੁਰੂ ਜੀ ਕਹਿੰਦੇ ਹੇ ਪ੍ਰਭੂ, ਹਰੇਕ ਜੀਵ ਤੈਨੂੰ ਬਹੁਤ ਬਹੁਤ ਧੰਨ ਵਾਸਤੇ ਹੀ ਆਖਦਾ ਹੈ। ਸੱਚ ਹੈ ਵਾਹਿਗੁਰੂ, ਸੱਚ ਹੈ ਸੱਚੇ ਪਿਤਾ ਜੀਓ। ਅਸੀਂ ਪਰਮਾਤਮਾ ਤੋਂ ਧੰਨ ਮੰਗਦੇ ਹਾਂ, ਬਹੁਤ ਬਹੁਤ ਮੰਗਦੇ ਹਾਂ, ਕਦੇ ਰੱਜ ਆਉਂਦਾ ਹੀ ਨਹੀਂ। ਗੁਰੂ ਜੀ ਕਹਿੰਦੇ ਸਾਨੂੰ ਸਮਝਾਉਂਦੇ ਆ, ਹੇ ਪ੍ਰਭੂ, ਹਰੇਕ ਜੀਵ ਤੈਨੂੰ ਬਹੁਤ ਬਹੁਤ ਧੰਨ ਵਾਸਤੇ ਹੀ ਆਖਦਾ, ਕੋਈ ਵੀ ਥੋੜ੍ਹਾ ਨਹੀਂ ਮੰਗਦਾ। ਕਿਸੇ ਨੇ ਵੀ ਕਦੇ ਮੰਗਣ ਤੋਂ ਬਸ ਨਹੀਂ ਕੀਤੀ, ਕਦੇ ਇਹ ਨਹੀਂ ਕਿਹਾ ਵੀ ਮੈਂ ਰੱਜ ਗਿਆ ਵਾਹਿਗੁਰੂ, ਮੈਨੂੰ ਤੂੰ ਬਹੁਤ ਦੇਤਾ, ਹੁਣ ਮੈਨੂੰ ਨਾਮ ਦੇ ਦੇ। ਅਸੀਂ ਉੱਤੋਂ ਤਾਂ ਮੰਗ ਲੈਂਦੇ ਹਾਂ, ਪਰਮਾਤਮਾ ਨਾਮ ਦੀ ਦਾਤ ਦੇ, ਪਰ ਤ੍ਰਿਸ਼ਨਾ ਸਾਡੀ ਧੰਨ ਬਾਲੀ ਭੱਜਦੀ ਹੈ। ਸੱਚ ਹੈ ਸੱਚੇ ਪਿਤਾ ਜੀਓ। ਹੇ ਵਾਹਿਗੁਰੂ, ਤੁਹਾਡਾ ਨਾਮ ਜਪਦੇ ਸੱਚ ਬੋਲ ਰਹੇ ਆ। ਗੁਰੂ ਜੀ ਕਹਿੰਦੇ ਕਦੇ ਵੀ ਕਿਸੇ ਨੇ ਇਹ ਨਹੀਂ ਕਿਹਾ ਕਿ ਮੈਂ ਹੁਣ ਰੱਜ ਗਿਆ, ਮੰਗਣ ਤੋਂ ਬਸ ਕੀਤੀ ਹੈ। ਮੰਗ ਮੰਗ ਕੇ ਕਦੇ ਵੀ ਕੋਈ ਰੱਜਿਆ ਨਹੀਂ, ਪਰ ਉਹ ਸਾਰਾ ਧਨ ਕੀ ਕੰਮ ਆਉਣਾ? ਕੀ ਉਹ ਮਰਿਆਂ ਦੇ ਨਾਲ ਜਾਣਾ? ਗੁਰੂ ਜੀ ਕਹਿੰਦੇ ਨਹੀਂ ਭਾਈ, ਉਹ ਸਾਰਾ ਧਨ ਇੱਥੇ ਹੀ ਰਹਿ ਜਾਂਦਾ। ਹੇ ਪ੍ਰਭੂ, ਸਾਨੂੰ ਸੋਚੀ ਦੇ, ਸਾਨੂੰ ਮੱਤ ਆ ਜੇ ਸੱਚੇ ਪਿਤਾ ਜੀ। ਗੁਰੂ ਜੀ ਸਾਨੂੰ ਸਮਝਾਉਂਦੇ, ਹੇ ਪ੍ਰਭੂ, ਇੱਕ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਖਾਲਕ ਹੈ। ਹੋਰ ਸਾਰੇ ਜੀ ਜੰਤ, ਹੋਰ ਸਾਰੇ ਜਗਤ ਮੰਡਲ ਨਾਸਵੰਤ ਹਨ। ਜੋ ਵੀ ਚੀਜ਼ ਅਸੀਂ ਵੇਖ ਰਹੇ ਹਾਂ, ਹਰ ਇੱਕ ਦੀ ਉਮਰ ਹੈ ਸਾਧ ਸੰਗਤ ਜੀ। ਚੰਦ, ਤਾਰੇ, ਸੂਰਜ, ਧਰਤੀ, ਕੁਛ ਵੀ ਅਸੀਂ ਵੇਖ ਰਹੇ ਹਾਂ, ਹਰ ਇੱਕ ਚੀਜ਼ ਨਾਸਵੰਤ ਹੈ, ਤੇ ਰਹਿਣ ਵਾਲਾ ਇੱਕ ਸਦਾ ਕਾਇਮ ਰਹਿਣ ਵਾਲਾ, ਉਹ ਇੱਕ ਨਿਰੰਕਾਰ ਪ੍ਰਭੂ ਅਕਾਲ ਪੁਰਖ, ਜੋ ਆਪਣੇ ਆਪ ਤੋਂ ਬਣਿਆ, ਜੋ ਪ੍ਰਕਾਸ਼ਮਾਨ ਹੈ, ਉਹ ਹੀ ਸੁਭਾਏਮਾਨ ਹੈ, ਉਹ ਸਦਾ ਜੁਗੋ ਜੁਗ ਅਟਲ ਹੈ। ਅੱਗੇ ਗੁਰੂ ਜੀ ਕਹਿੰਦੇ, ਹੇ ਪ੍ਰਭੂ, ਮੈਂ ਤੇਥੋਂ ਇਹੀ ਮੰਗਦਾ ਹਾਂ, ਤੇਰਾ ਨਾਨਕ ਉਹਨਾਂ ਬੰਦਿਆਂ ਨਾਲ ਸਾਥ ਬਣਾਏ ਜੋ ਨੀਵੀਂ ਤੋਂ ਨੀਵੀਂ ਜਾਤ ਦੇ ਹਨ ਵਾਹਿਗੁਰੂ, ਜਿਨ੍ਹਾਂ ਦੇ ਅੰਦਰ ਨਿਮਰਤਾ ਹੈ, ਕਿਸੇ ਚੀਜ਼ ਦਾ ਮਾਣ ਨਹੀਂ, ਕਿਸੇ ਜਾਤ ਦਾ ਮਾਣ ਨਹੀਂ, ਕਿਸੇ ਪੈਸੇ ਦਾ ਮਾਣ ਨਹੀਂ। ਹੇ ਵਾਹਿਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਕਹਿ ਰਹੇ ਆ, ਉਹਨਾਂ ਬੰਦਿਆਂ ਦਾ ਸਾਥ ਬਣਾਈ ਮੇਰੇ ਨਾਲ ਜੋ ਨੀਵੀਂ ਤੋਂ ਨੀਵੀਂ ਜਾਤ ਦੇ ਹਨ, ਜੋ ਨੀਵਿਆਂ ਤੋਂ ਵੀ ਅਤ ਨੀਵੇਂ ਅਖਵਾਉਂਦੇ ਹਨ। ਮੈਨੂੰ ਮਾਇਆ ਧਾਰੀ ਦੇ ਰਾਹ ਤੁਰਨੇ ਦੀ ਕੋਈ ਤਾਂਘ ਨਹੀਂ ਵਾਹਿਗੁਰੂ, 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 ਕਿਉਂਕਿ ਮੈਨੂੰ ਪਤਾ ਹੈ ਕਿ ਤੇਰੀ ਮਿਹਰ ਦੀ ਨਜ਼ਰ ਉੱਥੇ ਹੈ ਜਿੱਥੇ ਗਰੀਬ ਦੀ ਸਾਰ ਲਈ ਜਾਂਦੀ ਹੈ। ਸਾਧ ਸੰਗਤ ਜੀ, ਅਸੀਂ ਮਾਰ ਗਏ ਆਪਣੇ ਅੰਦਰ ਝਾਤੀਆਂ। ਹੁਣ ਸਾਡਾ ਕੋਈ ਗਰੀਬ ਰਿਸ਼ਤੇਦਾਰ ਬਹੁਤ ਅਤ ਦੀ ਗਰੀਬੀ ਵਿੱਚ ਹੋਵੇ ਤਾਂ ਅੱਜ ਕੱਲ੍ਹ ਜ਼ਮਾਨਾ ਕੀ ਹੈ, ਅਸੀਂ ਉਹਨੂੰ ਰਿਸ਼ਤੇਦਾਰ ਕਹਿਣ ਤੋਂ ਵੀ ਡਰਦੇ ਹਾਂ,
क्योंकि असी सोचते हैं इनू असी रिश्तेदार कहांगे, असी नीवें होवांगे, साडी मान इज्जत घटूगा। ते जे कोई थोड़ा जिहा पैसे च वड्डा है, पैसा भावें उहने जिवें भी कमाया होवे, ਜਿਹੜੇ ਮਰਜ਼ੀ ਕੰਮਾਂ ਤੋਂ ਕਮਾਇਆ ਹੋਵੇ, ਅਸੀਂ ਅੰਗਲੀਆਂ ਤੋਂ ਸੰਗਲੀਆਂ ਕੱਢ ਕੇ ਗਾਂਹ ਦੀ ਗਾਂਹ ਰਿਸ਼ਤੇਦਾਰੀਆਂ ਕੱਢ ਕੇ ਅਸੀਂ ਉਹਦਾ ਨਾਂ ਲੈਂਦੇ ਹਾਂ, ਉਹ ਸਾਡਾ ਰਿਸ਼ਤੇਦਾਰ ਹੈ। ਸੋਚੀਏ ਅਸੀਂ ਤੇ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਸਮਝਾ ਰਹੇ ਆ, ਉਹ ਸਾਨੂੰ ਕੀ ਕਹਿ ਰਹੇ ਆ। ਉਹ ਆਪਣੇ ਆਪ ਨੂੰ ਕਹਿ ਰਹੇ ਆ ਪਰ ਸਮਝਾ ਸਾਨੂੰ ਰਹੇ ਆ। ਸਿੱਖਿਆ ਦੀ ਸਾਨੂੰ ਜ਼ਰੂਰਤ ਅੱਜ। ਹੇ ਵਾਹਿਗੁਰੂ, ਹੇ ਅਕਾਲ ਪੁਰਖ ਨਿਰੰਕਾਰ, ਸਾਨੂੰ ਸੋਚੀ ਦੇ ਸੱਚੇ ਪਿਤਾ ਜੀਓ, ਸਾਨੂੰ ਵਿਵੇਕ ਬੁੱਧੀ ਦੇ ਵਾਹਿਗੁਰੂ। ਇਹੀ ਅਰਦਾਸ ਬੇਨਤੀ ਹੈ ਸੱਚੇ ਪਿਤਾ ਜੀਓ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਸ਼ਬਦ ਦੀ ਵਿਚਾਰ ਕਰਦਿਆਂ, ਸ਼ਬਦ ਦਾ ਪਾਠ ਪੜ੍ਹਦਿਆਂ ਬਹੁਤ ਗਲਤੀਆਂ ਹੋ ਜਾਂਦੀਆਂ ਜੀ। ਭੁੱਲਣਹਾਰ ਹਾਂ, ਗੁਰੂ ਤੇ ਸੰਗਤ ਬਖਸ਼ਣ ਦੇ ਯੋਗ ਹੈ, ਬਖਸ਼ ਲੈਣਾ ਜੀ। ਅਣਜਾਣ ਸਮਝ ਕੇ ਮਾਫ਼ ਕਰ ਦੇਣਾ। ਹੇ ਸੱਚੇ ਪਿਤਾ ਅਕਾਲ ਪੁਰਖ ਨਿਰੰਕਾਰ, ਦੋ ਹੱਥ ਜੋੜ ਕਰੂੰ ਅਰਦਾਸ, ਤੁਧ ਭਾਵੈ ਤਾਂ ਆਵੈ ਰਾਸ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਿਆ ਕਰੋ ਕੁਛ ਮਿਹਰ ਅਪਾਵੋ, ਡੁੱਬਦੇ ਪੱਥਰ ਤਾਰੇ। ਵਾਹਿਗੁਰੂ ਮਿਹਰ ਕਰੋ ਸੱਚੇ ਪਿਤਾ ਜੀਓ, ਸਾਨੂੰ ਪਾਠ ਕਰਨਾ ਆ ਜੇ ਵਾਹਿਗੁਰੂ, ਤੇਰਾ ਨਾਮ ਸੁਣਨਾ ਆ ਜੇ ਵਾਹਿਗੁਰੂ, ਸੁਣ ਕੇ ਮੰਨਣਾ ਆ ਜੇ ਸੱਚੇ ਪਿਤਾ। ਨਾਮ ਸੁਣ ਕੇ ਅੰਦਰ ਚੋਟ ਲੱਗੇ ਵਾਹਿਗੁਰੂ। ਜੋ ਮਨ ਵਿਕਾਰਾਂ ਵਿੱਚ ਲੱਗਿਆ ਹੋਇਆ ਸੱਚੇ ਪਿਤਾ ਜੀਓ, ਇਹ ਤੇਰੇ ਨਾਮ ਵਿੱਚ ਭਿੱਜੇ ਵਾਹਿਗੁਰੂ। ਮਿਹਰ ਕਰ, ਮਿਹਰਾਂ ਦੇ ਦਾਤੇ, ਦਿਆ ਕਰ ਵਾਹਿਗੁਰੂ। ਵਿਵੇਕ ਬੁੱਧੀ ਬਖਸ਼ ਸੱਚੇ ਪਿਤਾ, ਸਾਰਿਆਂ ਦਾ ਭਲਾ ਕਰ। ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। कोई अवर न तेरी पाते, अवर न तेरी पाते।